दोस्तों मेरी ਅੱਜ ਦੀ ਵੀਡੀਓ ਰਿਪੋर्ट बहुत ही महत्वपूर्ण है क्योंकि मैं पंजाब ਦੇ ਅੱਜ ਇੱਕ ਅਜਿਹੇ ਜ਼ਿਲ੍ਹੇ ਬਾਰੇ ਗੱਲ ਕਰਨ ਜਾ ਰਿਹਾ ਤੁਹਾਡੇ ਨਾਲ ਜੋ ਕਿ ਕ੍ਰਾਈਮ ਦੇ ਨਾਲ ਆਰਗੇਨਾਈਜ਼ਡ ਕ੍ਰਾਈਮ ਤੇ ਖਾਸ ਕਰ ਗੈਂਗਸਟਰਵਾਦ ਦੀ ਸਮੱਸਿਆ ਦੇ ਨਾਲ ਬਹੁਤ ਹੀ ਜ਼ਿਆਦਾ ਪ੍ਰਭਾਵਿਤ ਜ਼ਿਲ੍ਹਾ ਹੈ। ਇਸ ਜ਼ਿਲ੍ਹੇ ਦਾ ਨਾਮ ਹੈ ਜ਼ਿਲ੍ਹਾ ਮੋਗਾ। जी हाँ, ਜ਼ਿਲ੍ਹਾ ਮੋਗਾ ਜੇ ਅੱਜ मैं ये कहा कि ਜ਼ਿਲ੍ਹਾ ਮੋਗਾ क्राइम कैपिटल ऑफ मालवा है, पंजाब का सेंटर है, मालवे का एज है। जे आप 7 होर ਜ਼ਿਲ੍ਹਿਆਂ की गल करिए जो कि मोगे ਜ਼ਿਲ੍ਹੇ के इर्द गिर्द ने, जो कि मोगे की पोजीशन यानी कि ਜ਼ਿਲ੍ਹੇ ਨੂੰ बिल्कुल सेंटर बना देंगे ने। ये ਜ਼ਿਲ੍ਹਾ पंजाब का बिल्कुल सेंटर ਜ਼ਿਲ੍ਹਾ है। एक पासे फिरोजपुर दे नाल टच करता है, फरीदकोट टच करता है, बठिंडा, बरनाला, लुधियाना, जलंधर का देहाती इलाका ते बहुत छोटा पार्ट कपूरथला का। कुछ ही किलोमीटर दूर उत्ते मखू ते हरीके का इलाका है, जिस तो बाद की तरन तारण शुरू होता है। भूगोलिक स्थिति एक छोटा जा फैक्टर है, लेकिन पॉलिटिकल ते इत्थों का जिहड़ा व्यवस्था है, एडमिनिस्ट्रेशन है, पुलिस एडमिनिस्ट्रेशन ते अपराधियों का जो भी पिछौकड़ रहा है, एक लैगेसी ते लेजेंड जिहड़े कि मोगे इलाके दे गैंगस्टरां दे नाल जुड़दे ने, वो एक बहुत बड़ा फैक्टर है जिथों कि इस इलाके तो गैंगस्टर बनना बंद नहीं हो पा रहा है। ਅੱਜ ਦੀ ਤਰੀਕ ਦੇ ਵਿੱਚ ਵੀ ਮੋਗੇ ਦੇ ਕਈ ਅਜਿਹੇ ਪਿੰਡ ਨੇ ਜਿਨ੍ਹਾਂ ਦੇ ਮੁੰਡੇ ਗੈਂਗਸ ਤੇ ਗੈਂਗਸਟਰਾਂ ਦੇ ਵਿੱਚ ਆਰਗੇਨਾਈਜ਼ਡ ਕ੍ਰਾਈਮ ਦੇ ਵਿੱਚ ਕੁਝ ਹੀ ਦਿਨ ਜਾਂ ਹਫ਼ਤੇ ਪਹਿਲਾਂ ਵੀ ਸ਼ਾਮਲ ਹੋਏ ਹੋ ਸਕਦੇ ਨੇ। ਸੋ ਮੋਗਾ ਇੱਕ ਬਹੁਤ ਹੀ ਸੈਂਸਿਟਿਵ ਜ਼ਿਲ੍ਹਾ ਹੈ। ਆਪਾਂ ਅਕਸਰ ਦਾਅਵੇ ਸਰਕਾਰਾਂ ਦੇ ਸੁਣਦੇ ਹਾਂ ਕਿ ਜੀ ਅਸੀਂ ਕ੍ਰਾਈਮ ਉੱਤੇ ਨੱਥ ਪਾਣੀ ਆ, ਅਸੀਂ ਗੈਂਗਸਟਰਾਂ ਉੱਤੇ ਕੰਟਰੋਲ ਪਾਣਾ, ਅਸੀਂ ਨਸ਼ੇ ਦੀ ਸਮੱਸਿਆ ਉੱਤੇ ਕੰਟਰੋਲ ਪਾਣਾ ਹੈ। ਮੇਰਾ ਦਾਅਵਾ ਹੈ ਕਿ ਮੇਰੀਆਂ 2 ਰਿਪੋਰਟਾਂ ਹੋਣਗੀਆਂ, 2 ਜਾਂ 3 ਰਿਪੋਰਟਾਂ ਜਿੰਨੀਆਂ ਵੀ ਹੋਣਗੀਆਂ, ਉਹਨਾਂ ਦੇ ਵਿੱਚ ਮੈਂ 2 ਹੀ ਜ਼ਿਲ੍ਹਿਆਂ ਦੇ ਜ਼ਿਕਰ ਕਰਾਂਗਾ ਤੇ ਇਹ 2 ਜ਼ਿਲ੍ਹਿਆਂ ਦੇ ਵਿੱਚ ਜੇ ਪੰਜਾਬ ਸਰਕਾਰ ਫੋਕਸ ਕਰਦੇ, ਇਹਨਾਂ ਦੇ ਉੱਤੇ ਫੋਕਸ ਕਰਦੇ, ਪੰਜਾਬ ਸਰਕਾਰ ਹੋਰ 23 ਜ਼ਿਲ੍ਹੇ ਛੱਡ ਦੇ ਪੰਜਾਬ ਦੇ, ਉੱਥੇ ਨਾਰਮਲ ਪੁਲਿਸਿੰਗ ਹੋਏਗੀ, ਚੱਲੇਗੀ। ਲੇਕਿਨ ਇਹ 2 ਜ਼ਿਲ੍ਹਿਆਂ ਦੇ ਉੱਤੇ ਤੁਸੀਂ ਪ੍ਰੋਪਰ ਆਪਣਾ ਪੂਰਾ ਦਾ ਪੂਰਾ ਫੋਕਸ ਬਿਠਾਓ। ਜੇ ਤੁਹਾਨੂੰ ਲੋੜ ਹੈ ਨਾ ਤਾਂ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਤੁਸੀਂ ਮਿਨਿਸਟਰ ਇੰਚਾਰਜ ਲਗਾ ਦਿਓ। ਇੱਥੇ ਬੇਸਿਕਲੀ ਤਾਂ ਸਾਡੇ ਪੰਜਾਬ ਦੇ ਵੀ ਜਿਹੜੀ ਵਿਵਸਥਾ ਹੈ ਅੰਡਰ ਦ ਪੁਲਿਸ ਐਕਟ, ਉਹ ਕਮਿਸ਼ਨਰੇਟ ਸਿਸਟਮ ਦੀ ਵਿਵਸਥਾ आबादी के हिसाब नाल है, यानी कि जिस जिले की आबादी या जिस शहर की आबादी बहुत वड्डी उत्थे कमिश्नरेट सिस्टम होंदा। अमृतसर, लुधियाना, जलंधर वर्गे वड्डे शहर हैगे ने जिथे कमिश्नरेट सिस्टम है। लेकिन ये वो जिले हैगे ने जिथे कि एक्चुअल दे विच सानू पुलिसिंग का एक बहुत ही व्यापक तंत्र चाहिए है, लेकिन फोकस नहीं है। जिवें होर 23 या 22 होर ਜ਼ਿਲ੍ਹਿਆਂ ਦੇ ਉੱਤੇ ਸਰਕਾਰ फोकस करती है पुलिसिंग के पॉइंट ऑफ व्यू नाल, उवें ही मोगे नूं भी एक ਜ਼ਿਲ੍ਹੇ ਦੇ एक इकाई की, एक यूनिट की शक्ल विच वेखिया जांदा है। जदों कि ਇੱਥੇ ਹੋਣ ਵਾਲਾ ਜਿਹੜਾ ਅਪਰਾਧ ਹੈ, ਇੱਥੇ ਜਿਹੜਾ ਨਸ਼ੇ ਦੀ ਤਸਕਰੀ ਦਾ ਲੈਵਲ ਹੈ, ਨਸ਼ੇ ਦੀ ਖਪਤ ਦਾ ਲੈਵਲ ਹੈ, ਚਿੱਟੇ ਦੀ ਜਿਹੜੀ ਸਪਲਾਈ ਹੈ, ਪੋਸਟ ਦੀ ਜਿਹੜੀ ਸਮਗਲਿੰਗ ਹੈ, ਸ਼ਰਾਬ ਦਾ ਜਿਹੜਾ ਨਜਾਇਜ਼ ਕਾਰੋਬਾਰ ਹੈ, ਸੱਟੇ ਦੜੇ ਦਾ ਜਿਹੜਾ ਨਜਾਇਜ਼ ਕਾਰੋਬਾਰ ਹੈ, ਜਿਸ ਪੱਧਰ ਦੇ ਗੈਂਗਸਟਰ ਇੱਥੋਂ ਉੱਭਰੇ ਨੇ, ਜਿਸ ਪੱਧਰ ਦੇ ਗੈਂਗਸਟਰ ਅੱਜ ਵੀ ਇੱਥੋਂ ਉੱਭਰ ਕੇ ਵਿਦੇਸ਼ਾਂ ਵਿੱਚ ਬੈਠ ਕੇ ਇਹਨਾਂ ਹੀ ਇਲਾਕਿਆਂ ਦੇ ਵਿੱਚ ਐਕਸਟੋਰਸ਼ਨ ਦਾ, ਰੰਗਦਾਰੀ ਦਾ ਰੈਕਟ ਚਲਾ ਰਹੇ ਨੇ, ਉਸ ਦਾ ਜੇ ਤੁਸੀਂ ਅਨੁਪਾਤ ਤੇ ਪ੍ਰੋਪੋਰਸ਼ਨ मेरी इस रिपोर्ट ਦੇ ਵਿੱਚ ਜਾਣੋਗੇ ਤੁਹਾਨੂੰ ਹੈਰਾਨੀ ਹੋਏਗੀ ਕਿ ਇਹ ਜ਼ਿਲ੍ਹੇ ਨੂੰ ਅਜੇ ਤੱਕ ਇੱਕ ਸਪੈਸ਼ਲ ਫੋਕਸ ਦੇ ਰੂਪ ਵਿੱਚ ਪੰਜਾਬ ਦੀ ਕਿਸੇ ਵੀ ਸਰਕਾਰ ਜਾਂ ਪੁਲਿਸ ਨੇ ਕਿਉਂ ਨਹੀਂ ਚੁਣਿਆ ਹੈ। ਬੇਸਿਕਲੀ ਜ਼ਿਲ੍ਹੇ ਦੇ ਰੂਪ ਵਿੱਚ ਮੋਗੇ ਦਾ ਜਨਮ 1995 ਦਾ ਹੈ, ਯਾਨੀ ਕਿ ਨਵੰਬਰ 1995 ਦੇ ਵਿੱਚ ਮੋਗਾ ਇੱਕ ਜ਼ਿਲ੍ਹਾ ਬਣਿਆ। ਪੰਜਾਬ ਦਾ 17ਵਾਂ ਜ਼ਿਲ੍ਹਾ ਸੀ ਉਸ ਵਕਤ ਦਾ, ਤੇ ਅਗਲੇ 27 ਸਾਲਾਂ ਦੇ ਵਿੱਚ 2022 ਤੱਕ ਇਸ ਜ਼ਿਲ੍ਹੇ ਨੇ ਡਿਸਟਿੰਕਸ਼ਨ ਹਾਸਲ ਕੀਤੀ ਹੈ। ਆਰਗੇਨਾਈਜ਼ਡ ਕ੍ਰਾਈਮ ਦੀ ਜੇ ਮੈਂ ਜਿਸ ਨੂੰ ਕੈਪੀਟਲ ਕਹਿ ਰਿਹਾ ਹਾਂ, ਕੋਈ ਅਜਿਹਾ ਪੈਮਾਨਾ ਨਹੀਂ ਹੁੰਦਾ। ਜੇ ਮੈਂ ਸਿਰਫ ਅੰਕੜਿਆਂ ਦੀ ਗੱਲ ਕਰਾਂਗੇ ਤਾਂ ਅੰਕੜਿਆਂ ਦੀ ਸ਼ਕਲ ਵਿੱਚ ਵੀ ਤੁਹਾਨੂੰ ਦੱਸਣ ਨੂੰ ਬਹੁਤ ਕੁਝ ਹੋਏਗਾ, ਲੇਕਿਨ ਮੈਂ ਤਾਂ ਕੁਝ ਅਜਿਹੇ ਵੱਡੇ ਗੈਂਗਸਟਰਾਂ ਦਾ ਜ਼ਿਕਰ ਕਰਾਂਗਾ ਤੇ ਜਿਹੜੀਆਂ ਗਤੀਵਿਧੀਆਂ, ਜਿਸ ਤਰੀਕੇ ਦੇ ਵੱਡੇ ਕੇਸਿਸ ਇਸ ਇਲਾਕੇ 'ਚੋਂ ਉੱਭਰੇ ਨੇ, ਉਹਨਾਂ ਦਾ ਜ਼ਿਕਰ ਕਰਾਂਗਾ। ਤਾਂ ਅੱਜ ਇਸ ਇਲਾਕੇ ਦਾ, ਜ਼ਿਲ੍ਹੇ ਦਾ ਕੀ ਪੋਟੈਂਸ਼ੀਅਲ ਹੈ, ਕਿਵੇਂ ਦਾ ਬਰੀਡਿੰਗ ਗਰਾਊਂਡ ਹੈ। ਅੱਜ ਉਸ ਵਕਤ ਜਦੋਂ ਕਿ ਪੂਰੇ ਪੰਜਾਬ ਦਾ ਫੋਕਸ, ਪੰਜਾਬ ਸਰਕਾਰ ਦਾ ਫੋਕਸ ਗੈਂਗਸਟਰਾਂ ਦੇ ਖਾਤਮੇ ਉੱਤੇ ਹੈ, ਕਿਸ ਤਰੀਕੇ ਨਾਲ ਧੜੱਲੇ ਦੇ ਨਾਲ ਸਿੱਧੂ ਮੂਸੇਵਾਲੇ ਵਰਗੇ ਇੱਕ ਬਹੁਤ ਹੀ ਨਾਮੀ ਸਿੰਗਰ ਦਾ ਕਤਲ ਕਰਕੇ ਪੰਜਾਬ ਦੇ ਵਿੱਚ 1.5-2 ਮਹੀਨੇ ਉਸ ਦੇ ਕਾਤਲ, ਸ਼ੂਟਰ ਮਾਨੂ ਤੇ ਰੂਪੇ ਵਰਗੇ ਲੋਕ ਇਸੇ ਜ਼ਿਲ੍ਹੇ ਦੇ ਵਿੱਚ ਘੁੰਮਦੇ ਰਹੇ। ਸੋ ਉਹ ਜੋ ਗੱਲਾਂ ਆਪਾਂ ਕਰਾਂਗੇ ਉਸ ਦੇ ਵਿੱਚ ਤੁਸੀਂ ਵੀ ਹੈਰਾਨ ਹੋਵੋਗੇ ਕਿ ਅਜੇ ਤੱਕ ਬਤੌਰ ਇੱਕ ਸਪੈਸ਼ਲ ਫੋਕਸ ਇਸ ਜ਼ਿਲ੍ਹੇ ਨੂੰ ਸਰਕਾਰਾਂ ਨੇ ਕਿਉਂ ਨਹੀਂ ਚੁਣਿਆ ਹੈ। ਸੋ 27 ਸਾਲਾਂ ਦੇ ਵਿੱਚ ਮੋਗੇ ਦੇ ਵਿੱਚ ਜੋ ਹਾਲਾਤ ਬਣੇ ਹੈਗੇ ਨੇ, ਉਸ ਦਾ ਜ਼ਿੰਮੇਵਾਰ, ਸਭ ਤੋਂ ਵੱਡਾ ਜ਼ਿੰਮੇਵਾਰ ਇੱਥੋਂ ਦਾ ਸਥਾਨਕ ਪੋਲੀਟੀਸ਼ੀਅਨ ਹੈ। ਅੱਜ ਦਾ ਪੋਲੀਟੀਸ਼ੀਅਨ ਨਹੀਂ, ਬਲਕਿ ਬੀਤੇ 27 ਸਾਲਾਂ ਦੇ ਜਿਹੜੇ ਸਿਆਸਤਦਾਨ ਰਹੇ ਹੈਗੇ ਨੇ, ਜਿਨ੍ਹਾਂ ਨੇ ਪੁਸ਼ਤ ਪਨਾਈ ਕੀਤੀ ਹੈ ਉਹਨਾਂ ਗੈਂਗਸਟਰਾਂ ਦੀ, ਉਹਨਾਂ ਗੈਂਗਸ ਦੀ। ਸਭ ਤੋਂ ਜਿਹੜਾ ਵੱਡਾ ਲੈਜੈਂਡ, ਮੈਂ ਉਸਨੂੰ ਲੈਜੈਂਡ ਇਸ ਵਾਸਤੇ ਕਹਿਣਾ ਕਿ ਉਸ ਗੈਂਗਸਟਰ ਦੀ ਮੌਤ ਤੋਂ ਬਾਅਦ, ਉਸ ਦੇ ਐਨਕਾਊਂਟਰ ਤੋਂ ਬਾਅਦ ਵੀ ਅੱਜ ਵੀ ਉਸ ਦਾ ਨਾਂ ਚੱਲਦਾ ਤੇ ਉਸ ਦੇ ਨਾਂ ਉੱਤੇ ਪੂਰਾ ਗੈਂਗ ਚੱਲਦਾ ਜੋ ਕਿ ਵਾਰਦਾਤਾਂ ਕਰਦਾ ਹੈ। ਦਵਿੰਦਰ ਬੰਬੀਹਾ ਦੀ ਮੈਂ ਗੱਲ ਕਰ ਰਿਹਾ। ਦਵਿੰਦਰ ਬੰਬੀਹਾ ਉਹ ਗੈਂਗਸਟਰ ਸੀ ਜੋ ਕਿ ਮੋਗੇ ਦੇ ਇਲਾਕੇ ਦੇ ਵਿੱਚ ਹੀ ਐਕਟਿਵ ਸੀ।
ਮੋਗੇ ਤੋਂ ਹੀ ਨਿਕਲ ਕੇ ਦਵਿੰਦਰ ਬੰਬੀਹਾ ਨੇ ਬਹੁਤ ਵੱਡੀਆਂ ਵਾਰਦਾਤਾਂ ਕੀਤੀਆਂ, ਲੇਕਿਨ ਉਸ ਦਾ ਪੂਰਾ ਗੈਂਗ ਸਰਕਟ ਜਿਹੜਾ ਸੀ ਮੋਗੇ ਜ਼ਿਲ੍ਹੇ ਦੇ ਆਸ-ਪਾਸ ਫੋਕਸ ਸੀ, ਕੰਸਟ੍ਰਕਟਡ ਸੀ। ਉਸ ਤੋਂ ਬਾਅਦ ਆਪਾਂ ਸੁਖਪ੍ਰੀਤ ਬੁੱਢੇ ਵਰਗੇ ਗੈਂਗਸਟਰ ਦਾ ਜ਼ਿਕਰ ਕਰਦੇ ਜੋ ਜੇਲ੍ਹ ਦੇ ਵਿੱਚ ਹੈ। ਆਪਾਂ ਇਸ ਨੂੰ ਫੜ ਕੇ ਆਰਮੀਨੀਆ ਤੋਂ ਪੰਜਾਬ ਪੁਲਿਸ ਲੈ ਕੇ ਆਈ ਸੀ। ਸੁਖਪ੍ਰੀਤ ਬੁੱਢਾ ਵੀ ਇੱਥੋਂ ਦੇ ਹੀ ਪਿੰਡ ਕੁੱਸਾ ਦਾ ਹੈ, ਉਸੇ ਪਿੰਡ ਕੁੱਸੇ ਦਾ ਜਿੱਥੋਂ ਦਾ ਕਿ ਮਨਪ੍ਰੀਤ ਮਾਨੂ ਸਿੱਧੂ ਮੂਸੇਵਾਲੇ ਦਾ ਉਹ ਸ਼ੂਟਰ ਜਿਸਨੇ ਕਿ 47 ਦੇ ਨਾਲ ਸਿੱਧੂ ਮੂਸੇਵਾਲਾ ਨੂੰ ਗੋਲੀਆਂ ਮਾਰੀਆਂ ਜੋ ਬਾਅਦ ਦੇ ਵਿੱਚ ਪੁਲਿਸ ਐਨਕਾਊਂਟਰ ਵਿੱਚ ਮਾਰਿਆ ਗਿਆ। ਦੋਵੇਂ ਸੇਮ ਪਿੰਡ ਕੁੱਸਾ ਜ਼ਿਲ੍ਹੇ ਮੋਗੇ ਦੇ ਨੇ। ਇੱਕ ਹੋਰ ਜਿਹੜਾ ਵੱਡਾ ਗੈਂਗਸਟਰ ਜੋ ਕਿ ਮੋਗੇ ਦੇ ਨਾਲ ਜੁੜਦਾ ਹੈ ਜਿਸ ਦਾ ਨਾਂ ਉਹ ਗੈਂਗਸਟਰ ਹੈ ਅਰਸ਼ ਡਾਲਾ। ਹੁਣ ਅਰਸ਼ ਡਾਲਾ ਉਹ ਗੈਂਗਸਟਰ ਹੈ ਜੋ ਕਿ ਅੱਜ ਦੀ ਤਰੀਕ ਦੇ ਵਿੱਚ ਵੀ NIA ਤੇ ਪੰਜਾਬ ਪੁਲਿਸ ਦੇ ਟਾਰਗੇਟ ਉੱਤੇ ਹੈ। ਅਰਸ਼ ਡਾਲਾ ਇੱਥੋਂ ਦਾ ਹੀ ਵਸਨੀਕ ਰਿਹਾ ਤੇ ਮੋਗੇ ਦੇ ਇਲਾਕੇ ਦੇ ਵਿੱਚ ਹੀ ਉਸ ਦੇ ਅਪਰਾਧ ਦੇ ਕਰੀਅਰ ਦੀ ਸ਼ੁਰੂਆਤ ਹੁੰਦੀ ਹੈ। ਛੋਟੀਆਂ-ਮੋਟੀਆਂ ਵਾਰਦਾਤਾਂ ਤੋਂ ਹੁੰਦਿਆਂ ਹੋਇਆਂ ਅੱਜ ਅਰਸ਼ ਡਾਲਾ ਪੰਜਾਬ ਦਾ ਇੱਕ ਬਹੁਤ ਵੱਡਾ ਗੈਂਗਸਟਰ ਹੈ ਜਿਸ ਦਾ ਨੈਟਵਰਕ ਗੈਂਗਸਟਰਾਂ ਤੋਂ ਲੈ ਕੇ ਅੱਤਵਾਦੀਆਂ ਤੱਕ ਪੂਰਾ ਫੈਲਿਆ ਹੋਇਆ ਹੈ। ਜਿਸ ਤਰੀਕੇ ਦੀ ਟਾਰਗੇਟਡ ਕਿਲਿੰਗਸ ਅਰਸ਼ ਡਾਲੇ ਨੇ ਕਰਵਾਈਆਂ ਨੇ ਤੇ ਅੱਜ ਜੋ ਫਰੌਤੀਆਂ ਦੀ ਰੰਗਦਾਰੀਆਂ ਦੀ ਵਸੂਲੀ ਦਾ ਇੱਕ ਬਹੁਤ ਲੰਬਾ ਚੌੜਾ ਨੈਟਵਰਕ ਉਹ ਲੈ ਕੇ ਬੈਠਾ ਹੈ, ਉਹ ਪੰਜਾਬ ਦੇ ਵਿੱਚ ਸ਼ਾਇਦ ਹੀ ਕਿਸੇ ਹੋਰ ਗੈਂਗਸਟਰ ਕੋਲ ਹੋਏ। ਸੋ ਇੱਕ ਬਹੁਤ ਹੀ ਵੱਡਾ ਗੈਂਗਸਟਰ ਅਰਸ਼ ਡਾਲਾ ਮੋਗੇ ਦਾ ਹੈ ਜੋ ਬਣ ਚੁੱਕਾ ਹੈ। ਇਸ ਦੇ ਨਾਲ ਹੀ ਦੁਨੇਕੇ ਪਿੰਡ ਦਾ ਸੁੱਖਾ ਦੁਨੇਕੇ ਜੋ ਕਿ ਅਰਸ਼ ਡਾਲਾ ਦੇ ਨਾਲ ਹੀ ਆਪਰੇਟ ਕਰਦਾ ਹੈ। ਦੋਵੇਂ ਕੈਨੇਡਾ ਵਿੱਚ ਬੈਠੇ ਨੇ। ਸੁੱਖਾ ਦੁਨੇਕੇ ਜਿਸਨੇ ਕਿ ਸੰਦੀਪ ਨੰਗਲ ਅੰਬੀਆਂ ਦੇ ਕਤਲ ਦੇ ਵਿੱਚ ਇੱਕ ਬਹੁਤ ਮੇਜਰ ਰੋਲ ਪਲੇ ਕੀਤਾ, ਉਹ ਵੀ ਮੋਗੇ ਜ਼ਿਲ੍ਹੇ ਦਾ ਹੀ ਹੈ। ਸੋ ਆ 5-6 ਗੈਂਗਸਟਰ ਦਵਿੰਦਰ ਬੰਬੀਹਾ ਦੀ ਗੱਲ ਕਰ ਲਈਏ, ਸੁਖਪ੍ਰੀਤ ਬੁੱਢੇ ਦੀ ਗੱਲ ਕਰ ਲਈਏ, ਅਰਸ਼ ਡਾਲੇ ਦੀ ਗੱਲ ਕਰ ਲਈਏ, ਸੁੱਖਾ ਦੁਨੇਕੇ ਦੀ ਗੱਲ ਕਰ ਲਈਏ, ਮਨਪ੍ਰੀਤ ਮਾਨੂ ਦੀ ਗੱਲ ਕਰ ਲਈਏ ਤੇ ਇਸ ਤੋਂ ਇਲਾਵਾ ਬਹੁਤ ਹੋਰ ਛੋਟੇ ਵੱਡੇ ਗੈਂਗਸਟਰ ਨੇ ਜੋ ਕਿ ਮੋਗੇ ਤੇ ਆਸ-ਪਾਸ ਦੇ ਇਲਾਕੇ ਤੋਂ ਹੀ ਪੈਦਾ ਹੋਏ, ਇੱਥੇ ਹੀ ਉਹ ਕ੍ਰਿਮੀਨਲ ਬਣੇ, ਲੇਕਿਨ ਅੱਜ ਵਿਦੇਸ਼ਾਂ ਵਿੱਚ ਬੈਠ ਕੇ ਇੱਥੋਂ ਦੇ ਲੋਕਾਂ ਦੇ ਨੱਕ ਵਿੱਚ ਉਹਨਾਂ ਨੇ ਦਮ ਕੀਤਾ ਹੋਇਆ ਹੈ। ਰੰਗਦਾਰੀਆਂ ਤੇ ਫਿਰੌਤੀਆਂ ਦਾ ਧੰਦਾ ਵਸੂਲੀ ਇਹਨਾਂ ਹੀ ਇਲਾਕੇ ਦੇ ਸਾਹੂਕਾਰਾਂ ਵਪਾਰੀਆਂ ਤੋਂ ਚੱਲਦੀ ਹੈ। ਇਹ ਤਾਂ ਹੋ ਗਏ ਕੁਝ ਨਾਮੀ ਗੈਂਗਸਟਰ ਜੋ ਕਿ ਮੋਗੇ ਜ਼ਿਲ੍ਹੇ ਦੇ ਨਾਲ ਜਿਨ੍ਹਾਂ ਦੇ ਨਾਂ ਜੁੜਦੇ ਨੇ, ਲੇਕਿਨ ਇਸ ਤੋਂ ਇਲਾਵਾ ਸੈਂਕੜਾਂ ਦੀ ਗਿਣਤੀ ਦੇ ਵਿੱਚ ਹੋਰ ਅਜਿਹੇ ਗੈਂਗਸਟਰ ਵੀ ਨੇ ਜੋ ਕਿ ਬੇਸ਼ੱਕ ਇਹ ਕੈਟੇਗਰੀ ਦੇ ਐਡੇ ਵੱਡੇ ਨਾਮੀ ਗੈਂਗਸਟਰ ਨਹੀਂ ਨੇ, ਲੇਕਿਨ ਇਹਨਾਂ ਹੀ ਗੈਂਗਸ ਦੇ ਨਾਲ ਜਾਂ ਇਹਨਾਂ ਦੇ ਕੁਝ ਸਬ ਗੈਂਗਸ ਦੇ ਨਾਲ ਜੁੜੇ ਹੋਏ ਨੇ ਜਿਨ੍ਹਾਂ ਨੇ ਮੋਗੇ ਜ਼ਿਲ੍ਹੇ ਦੇ ਵਿੱਚ ਕਾਫੀ ਜ਼ਿਆਦਾ ਤਰਥੱਲੀ ਮਚਾ ਕੇ ਰੱਖੀ ਹੈ। ਲੇਕਿਨ ਇਸ ਪੂਰੀ ਦੀ ਪੂਰੀ ਅੰਡਰਵਰਲਡ ਦੀ ਜਿਹੜੀ ਐਕਟੀਵਿਟੀ ਹੈ ਮੋਗੇ ਦੇ ਵਿੱਚ ਜਾਰੀ ਹੈ, ਉਸ ਦਾ ਸਭ ਤੋਂ ਵੱਡਾ ਜਿਹੜਾ ਜ਼ਿੰਮਾ ਹੈ ਉਹ ਇੱਥੋਂ ਦੇ ਪੋਲੀਟੀਕਲ ਲੀਡਰਸ਼ਿਪ ਦੇ ਉੱਤੇ ਆਉਂਦਾ ਹੈ। ਹੁਣ ਮੈਂ ਇਸ ਰਿਪੋਰਟ ਦੇ ਵਿੱਚ ਨਾਂ ਨਹੀਂ ਲੈਣਾ ਚਾਹਾਂਗਾ ਕਿਉਂਕਿ ਬਹੁਤ ਸਾਰੀਆਂ ਰਿਪੋਰਟਾਂ ਦੇ ਦਾਇਰੇ ਦੇ ਵਿੱਚ ਸਾਬਕਾ ਵਿਧਾਇਕਾਂ ਦੇ ਨਾਂ ਆਏ ਹੈਗੇ ਨੇ। 1995 ਤੋਂ ਲੈ ਕੇ 2022 ਤੱਕ ਜਿਹੜੇ ਵੀ ਇੱਥੋਂ MLA ਰਹੇ ਨੇ, ਮੋਗਾ, ਬਾਗਾ ਪੁਰਾਣਾ, ਆਸ-ਪਾਸ ਦੇ ਜਿੰਨੇ ਵੀ ਹੋਰ ਛੋਟੇ ਵੱਡੇ ਹਲਕੇ ਰਹੇ ਹੈਗੇ ਨੇ, ਉੱਥੋਂ ਦੇ ਜਿਹੜੇ ਪੋਲੀਟੀਸ਼ੀਅਨਸ ਦਾ ਇੱਕ ਰਵੱਈਆ ਰਿਹਾ ਹੈ ਕਿ ਉਹਨਾਂ ਨੇ ਅਜਿਹੇ ਮੁੰਡਿਆਂ ਨੂੰ ਆਪਣੇ ਲਈ ਰੱਖਿਆ ਹੈ, ਤਿਆਰ ਕੀਤਾ ਹੈ। ਕੁਝ ਅਜਿਹੇ ਰਾਜਨੀਤਿਕ ਪਰਿਵਾਰ ਵੀ ਨੇ ਜਿਨ੍ਹਾਂ ਦੀ ਇੱਕ ਦੂਸਰੇ ਦੇ ਨਾਲ ਖਹਿਬਾਜ਼ੀ ਰਹੀ ਹੈ, ਜਿਸ ਕਾਰਨ ਇੱਕ ਦੂਸਰੇ ਦੇ ਖਿਲਾਫ ਬਦਮਾਸ਼ਾਂ ਨੂੰ, ਗੈਂਗਸਟਰਾਂ ਨੂੰ ਪਾਲਣ ਦਾ ਇੱਕ ਰਿਵਾਜ ਆ ਰਿਹਾ ਹੈ, ਜਿਸ ਨੇ ਕਿ ਇਸ ਇਲਾਕੇ ਤੇ ਇਸ ਜ਼ਿਲ੍ਹੇ ਦੇ ਵਿੱਚ ਲਗਾਤਾਰ ਗੈਂਗਸਟਰਾਂ ਦੀ ਉਹ ਪਨੀਰੀ ਨੂੰ ਤਿਆਰ ਕੀਤਾ ਜੋ ਕਿ ਅੱਜ ਬਹੁਤ ਹੀ ਖਤਰਨਾਕ ਗੈਂਗਸਟਰਾਂ ਦੀ ਸ਼ਕਲ ਦੇ ਵਿੱਚ, ਨਾਮੀ ਗੈਂਗਸਟਰਾਂ ਦੀ ਸ਼ਕਲ ਦੇ ਵਿੱਚ ਵੱਧ ਫੁੱਲ ਚੁੱਕੀ ਹੈ ਤੇ ਜਿਸ ਨੂੰ ਕਾਬੂ ਪਾਉਣ ਦੇ ਵਿੱਚ ਇੱਕ ਬਹੁਤ ਵੱਡਾ ਸੰਘਰਸ਼ ਕਰਨਾ ਪੈ ਰਿਹਾ ਹੈ। ਲੇਕਿਨ ਹੁਣ ਮੈਂ ਆਵਾਂਗਾ ਮੋਗੇ ਜ਼ਿਲ੍ਹੇ ਦੇ ਸਭ ਤੋਂ ਨਾਜ਼ੁਕ ਤੇ ਸਭ ਤੋਂ ਕ੍ਰਿਟੀਕਲ ਪੁਆਇੰਟ ਉੱਤੇ ਜੋ ਕਿ ਮੋਗੇ ਦੀ ਪੁਲਿਸ ਦੇ ਨਾਲ ਜੁੜਦਾ ਹੈ। ਹੁਣ ਗੱਲ ਜਦੋਂ ਆਪਾਂ ਮੋਗੇ ਪੁਲਿਸ ਦੀ ਕਰਦੇ ਹਾਂ ਤਾਂ ਉਹ ਤਸਵੀਰ ਤੇ ਉਹ ਵੀਡੀਓ ਸਾਡੇ ਸਾਹਮਣੇ ਥੋੜੀ ਸਾਡੇ ਜ਼ਿਹਨ ਦੇ ਵਿੱਚ ਆਉਂਦਾ ਹੈ, ਜਿਸ ਵਿੱਚ ਕਿ ਲਾਰੈਂਸ ਬਿਸ਼ਨੋਈ ਨੂੰ ਜਦੋਂ ਮੋਗੇ ਦੀ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ, CIA ਮੋਗੇ ਦੀ ਕਸਟਡੀ ਦੇ ਵਿੱਚ, ਤਾਂ ਇੱਕ CIA ਦਾ ਇੰਚਾਰਜ ਕਿੱਕਰ ਸਿੰਘ ਜਿਹੜਾ ਸੀ ਉਹ ਹੱਸ ਕੇ ਲਾਰੈਂਸ ਬਿਸ਼ਨੋਈ ਨੂੰ ਮਿਲਦਾ ਹੈ, ਉਹਨੂੰ ਹਲਕਾ ਜਿਹਾ ਟੈਪ ਵੀ ਦਿੰਦਾ ਹੈ ਤੇ ਉਸ ਤੋਂ ਬਾਅਦ ਇਹ ਦੋਨੋਂ ਅੱਗੇ ਵਧਦੇ ਨੇ। ਲਾਰੈਂਸ ਬਿਸ਼ਨੋਈ ਦੇ ਚਿਹਰੇ ਤੇ ਵੀ ਮੁਸਕਰਾਹਟ ਤੇ ਕਿੱਕਰ ਸਿੰਘ ਦੇ ਚਿਹਰੇ ਤੇ ਵੀ ਮੁਸਕਰਾਹਟ। ਹੁਣ ਇਹ ਕਿੱਕਰ ਸਿੰਘ ਕੌਣ ਹੈ? ਲੋਕਾਂ ਨੇ ਬਹੁਤ ਰੌਲਾ ਰੱਪਾ ਪਾਇਆ, ਲੇਕਿਨ ਕਿੱਕਰ ਸਿੰਘ ਦਾ ਤਾਂ ਵਾਲ ਵੀ ਵਿੰਗਾ ਨਹੀਂ ਹੋਇਆ, ਨਾ ਤਾਂ ਕਿੱਕਰ ਸਿੰਘ ਦਾ ਮਹਿਕਮਾ ਬਦਲਿਆ ਗਿਆ, ਨਾ ਹੀ ਉਹਨੂੰ ਕੋਈ ਅਸਰ ਪਿਆ। ਐਡਾ ਰੌਲਾ ਰੱਪਾ ਐਡੇ TV ਚੈਨਲਾਂ ਤੇ 2-2 4-4 5-5 ਘੰਟੇ 3-3 4-4 ਦਿਨੇ ਖਬਰ ਚੱਲੀ, ਲੇਕਿਨ ਉਸ ਦਾ ਅਸਰ ਕੀ ਹੋਇਆ? ਜ਼ੀਰੋ। ਮੇਰਾ ਹੁਣ ਪੁਆਇੰਟ ਇੱਥੇ ਆ ਰਿਹਾ ਹੈ, ਹੁਣ ਵੀ ਤੇ ਤਕਰੀਬਨ ਡੇਢ ਇੱਕ ਦਹਾਕੇ ਦੀ ਆਪਣੀ ਸਰਵਿਸ ਜੋ ਕਿ ਮੋਗੇ ਦੇ ਵਿੱਚ ਹੀ ਕਿੱਕਰ ਸਿੰਘ ਜੀ ਦੀ ਰਹੀ, ਉਸ ਦੌਰਾਨ ਕ੍ਰਾਈਮ ਦਾ ਗ੍ਰਾਫ ਜਿਹੜਾ ਮੋਗੇ ਦਾ ਲਗਾਤਾਰ ਉੱਤੇ ਹੀ ਗਿਆ, ਥੱਲੇ ਨਹੀਂ ਆਇਆ। ਮੋਗੇ ਵਿੱਚ ਆਰਗੇਨਾਈਜ਼ਡ ਕ੍ਰਾਈਮ ਹੁੰਦਾ ਰਿਹਾ, ਗੈਂਗਸਟਰ ਪਲਦੇ ਰਹੇ, ਬਦਮਾਸ਼ ਪੈਦਾ ਹੁੰਦੇ ਰਹੇ, ਨਸ਼ੇ ਦਾ ਕਾਰੋਬਾਰ, ਤਸਕਰੀ ਧੜੱਲੇ ਨਾਲ ਹੁੰਦੀ ਰਹੀ, ਸ਼ਰਾਬ ਦਾ ਨਜਾਇਜ਼ ਕਾਰੋਬਾਰ ਹੋਇਆ, ਦੜਾ ਸੱਟਾ ਚੱਲਿਆ, ਅੱਜ ਵੀ ਚੱਲਦਾ ਪਿਆ, ਹਮੇਸ਼ਾ ਚੱਲਦਾ ਰਿਹਾ ਹੈ। CIA ਦਾ ਇੰਚਾਰਜ ਪਿਛਲੇ 5-6 ਸਾਲਾਂ ਤੋਂ ਸੇਮ ਹੈ ਤੇ ਸ਼ਾਇਦ ਉਸ ਤੋਂ ਪਹਿਲਾਂ ਦੇ ਵੀ ਕਈ ਸਾਲੇ CIA ਦਾ ਇੰਚਾਰਜ ਰਿਹਾ। ਹੁਣ ਮੈਨੂੰ ਕੋਈ ਰਾਕਟ ਸਾਇੰਸ ਜਾਂ ਕੋਈ ਲੌਜਿਕ ਦੁਨੀਆ ਦੇ ਵਿੱਚ ਇਸ ਚੀਜ਼ ਨੂੰ ਸਮਝਣ ਦੇ ਵਿੱਚ ਕੀ ਮਦਦਗਾਰ ਸਾਬਤ ਹੋ ਸਕਦਾ ਹੈ ਕਿ ਕਿਹੜੀ ਕਾਬਲੀਅਤ ਦੇ ਚੱਲਦੇ
ਇਸੇ ਅਫਸਰ ਨੂੰ ਸੀਆਈਏ ਦਾ ਇੰਚਾਰਜ ਰੱਖਿਆ ਗਿਆ ਜਦੋਂ ਕਿ ਇਹ ਜ਼ਿਲ੍ਹਾ ਸਟੇਟ ਦੀ ਕ੍ਰਾਈਮ ਕੈਪੀਟਲ ਬਣ ਚੁੱਕਾ ਹੈ। ਲਾਰੈਂਸ ਬਿਸ਼ਨੋਈ ਦੇ ਨਾਲ ਇਹ ਵਿਦ ਸਮਾਈਲ ਮੁਸਕਰਾਹਟ ਦੇ ਨਾਲ ਮਿਲਿਆ ਨਹੀਂ ਮਿਲਿਆ, ਇਸ ਨੇ ਉਸ ਦੀ ਪਿੱਠ ਤੇ ਕੋਈ ਪੈਟ ਕੀਤਾ ਨਹੀਂ ਕੀਤਾ, ਮੇਰੇ ਲਈ ਇਹ ਵੱਡੇ ਵਿਸ਼ੇ ਨਹੀਂ ਸੀ। ਹੋਰ ਚੈਨਲਾਂ ਨਹੀਂ ਹੋਣਗੇ, ਮੇਰੇ ਲਈ ਵਿਸ਼ਾ ਨਹੀਂ ਸੀ। ਠੀਕ ਹੈ, ਪੁਲਿਸ ਕਸਟਡੀ ਦੇ ਵਿੱਚ ਜੇ ਮੁਸਕਰਾਹਟ ਕਿਸੇ ਅਫਸਰ ਤੇ ਕਿਸੇ ਗੈਂਗਸਟਰ ਦੇ ਵਿੱਚ ਐਕਸਚੇਂਜ ਆਫ ਸਮਾਈਲ ਹੋ ਗਿਆ ਤਾਂ ਉਹਦੇ ਵਿੱਚ ਕੋਈ ਵੱਡੀ ਆਫਤ ਨਹੀਂ ਆ ਗਈ। ਲੇਕਿਨ ਮੈਂ ਤਾਂ ਰਿਕਾਰਡ ਦੀ ਗੱਲ ਕਰਨਾ ਚਾਹੁੰਦਾ ਸੀ ਤੇ ਸ਼ਾਇਦ ਇਸੇ ਕਾਰਨ ਮੈਂ ਇਸ ਮੁੱਦੇ ਨੂੰ ਪਹਿਲਾਂ ਕਦੇ ਨਹੀਂ ਛੇੜਿਆ। ਸੋ ਕਿੱਕਰ ਸਿੰਘ ਜੀ ਦਾ ਜਿਹੜਾ ਆਪਣਾ ਰਿਕਾਰਡ ਹੈ, ਹੁਣ ਉਹਨਾਂ ਨੇ ਕਿੰਨੀਆਂ ਪ੍ਰਾਪਤੀਆਂ ਕੀਤੀਆਂ, ਕਿੰਨੀ ਛਾਪੇਮਾਰੀ, ਕਿੰਨੇ ਨਸ਼ੇ ਦੀਆਂ ਖੇਪਾਂ ਬਰਾਮਦ ਕੀਤੀਆਂ, ਕਿੰਨੇ ਗੈਂਗਸਟਰ ਕਾਬੂ ਕੀਤੇ, ਉਹ ਤਾਂ ਉਹਨਾਂ ਦਾ ਰਿਕਾਰਡ ਕੁਛ ਨਾ ਕੁਛ ਤਾਂ ਬੋਲਦਾ ਹੀ ਹੋਏਗਾ। ਲੇਕਿਨ ਫੈਕਟ ਆਫ ਦਾ ਮੈਟਰ ਹੈ ਕਿ 21 ਸੀਆਈਏ ਇੰਚਾਰਜ ਦੇ ਵੀ ਤੇ ਕਈ ਸਾਲਾਂ ਤੋਂ ਇਸ ਜ਼ਿਲ੍ਹੇ ਦੇ ਵਿੱਚ ਲਗਾਤਾਰ ਕੰਟੀਨਿਊਟੀ ਦੇ ਨਾਲ ਚੱਲਦੇ ਹੋਏ ਇਹ ਜ਼ਿਲ੍ਹਾ ਸਟੇਟ ਦੀ ਕ੍ਰਾਈਮ ਕੈਪੀਟਲ ਕਿਵੇਂ ਬਣ ਗਿਆ। ਇਕੱਲੇ ਸੀਆਈਏ ਇੰਚਾਰਜ ਦਾ ਮੁੱਦਾ ਨਹੀਂ ਹੈ, ਬਲਕਿ ਇੱਥੇ ਤਾਂ ਬਹੁਤ ਸੇ ਐਸਐਸਪੀ ਆਏ ਹੋਣਗੇ। ਬੀਤੇ 27 ਸਾਲਾਂ ਦੇ ਮੋਗੇ ਦੇ ਇਤਿਹਾਸ ਦੇ ਵਿੱਚ ਦਰਜਨਾਂ ਦੇ ਹਿਸਾਬ ਨਾਲ ਐਸਐਸਪੀ ਇੱਥੇ ਬਦਲੇ, ਲੇਕਿਨ ਕ੍ਰਾਈਮ ਦਾ ਗ੍ਰਾਫ ਲਗਾਤਾਰ ਵੱਧਦਾ ਗਿਆ। ਪੋਲੀਟੀਕਲ ਲੀਡਰਾਂ ਦੀ ਛਤਰ ਛਾਇਆ, ਵਿਧਾਇਕਾਂ ਦੀ ਐਸੀ ਪੁਸ਼ਤ ਪਨਾਹੀ ਗੈਂਗਸਟਰਾਂ ਦੇ ਪਿੱਛੇ ਸੀ ਕਿ ਅਜਿਹੇ ਅਫਸਰਾਂ ਨੇ ਵੀ ਉਸ ਤਾਲ ਦੇ ਨਾਲ ਤਾਲ ਮਿਲਾਇਆ, ਠੋਕਿਆ ਤੇ ਬਾਅਦ ਦੇ ਵਿੱਚ ਅੱਜ ਸੂਰਤ-ਏ-ਹਾਲ ਮੋਗੇ ਦਾ ਕੁਝ ਹੋਰ ਹੀ ਬਿਆਨ ਕਰਦਾ ਹੈ। ਆਪਾਂ ਕਈ ਇਲਜ਼ਾਮ ਲੱਗਦੇ ਵੇਖੇ ਨੇ। ਇੱਕ ਜਿਮ ਓਨਰ ਜੋ ਕਿ ਕੋਟੀਸੇ ਖਾਂਦਾ ਸੀ, ਕੁਲਵਿੰਦਰ ਮਾਨ, ਜਿਸ ਦੀ ਮਾਰਕੁੱਟ ਹੋਈ ਸੀ, ਕਿਸ ਤਰੀਕੇ ਦੇ ਨਾਲ ਗੈਂਗਸਟਰ ਦਿਨ ਦਹਾੜਿਆ ਕੇ ਉਸ ਨੂੰ ਤੋੜ ਕੇ ਚਲੇ ਗਏ। ਉਸ ਦੀ ਹੱਡ ਬੀਤੀ ਸਭ ਤੋਂ ਪਹਿਲਾਂ ਮੇਰੇ ਚੈਨਲ ਦੇ ਉੱਤੇ ਤੁਸੀਂ ਵੇਖੀ। ਉਸਨੇ ਕਿਹੜੇ ਅਫਸਰਾਂ ਦੇ ਨਾਂ ਲਏ ਸੀ, ਉਸਨੇ ਕਿਹੜੇ ਗੈਂਗਸਟਰਾਂ ਦਾ ਜ਼ਿਕਰ ਕੀਤਾ ਸੀ, ਉਸਨੇ ਕੀ ਗੱਲਾਂ ਬਾਤਾਂ ਕੀਤੀਆਂ ਸੀ ਕਿ ਤੁਸੀਂ ਕੋਟ ਈਸੇ ਖਾਨ ਜਾਓ, ਆਓ ਦੇਖੋ ਮੋਗੇ ਦੇ ਵਿੱਚ ਅੱਜ ਨਸ਼ਾ ਕਿੱਥੇ ਵਿਕਦਾ ਪਿਆ, ਕੌਣ ਵੇਚਦਾ ਪਿਆ ਹੈ, ਇਹ ਕਿਹੜੇ ਅਫਸਰਾਂ ਦੀ ਛਤਰ ਛਾਇਆ ਦੇ ਵਿੱਚ ਵਿਕਦਾ ਪਿਆ ਹੈ। ਇਹਨਾਂ ਚੀਜ਼ਾਂ ਉੱਤੇ ਸਾਡੀ ਸਰਕਾਰਾਂ ਦੀ ਨਜ਼ਰ ਜਾਂਦੀ ਕਿਉਂ ਨਹੀਂ? ਮੈਂ ਇੱਥੇ ਬਿਲਕੁਲ ਸੁਨੇਹਾ ਨਹੀਂ ਦੇਣਾ ਚਾਹੁੰਦਾ ਕਿ ਇਕੱਲਾ ਇੱਕ ਪੁਲਿਸ ਅਫਸਰ ਜਾਂ ਕੁਝ ਪੁਲਿਸ ਦੇ ਅਫਸਰ ਜਿਹੜੇ ਹੈਗੇ ਨੇ ਮੋਗੇ ਦੇ, ਉਹੀ ਐਡੇ ਵੱਡੇ ਦੋਸ਼ੀ ਮੰਨੇ ਜਾਣ, ਉਹਨਾਂ ਉੱਤੇ ਸਾਰਾ ਠੀਕਰਾ ਪੰਨਿਆ ਜਾਵੇ। ਇਸੇ ਮੋਗੇ ਜ਼ਿਲ੍ਹੇ ਦੇ ਵਿੱਚ ਆਪਣੇ ਨਿੱਜੀ ਮੁਫਾਦਾਂ ਦੇ ਚਲਦੇ, ਆਪਣੇ ਸਿਆਸੀ ਮੁਫਾਦਾਂ ਦੇ ਚਲਦੇ ਸਿਆਸੀ ਲੀਡਰਾਂ ਨੇ ਪੁਸ਼ਤ ਪਨਾਹੀ ਕੀਤੀ ਅਜਿਹੇ ਅਨਸਰਾਂ ਦੀ, ਕ੍ਰਿਮੀਨਲ ਐਲੀਮੈਂਟਸ ਦੀ। ਜਿੰਨੇ ਵੀ ਪੋਲੀਟੀਸ਼ੀਅਨ, ਜਿੰਨੇ ਵੀ ਐਮਐਲਏ ਆਏ ਗਏ, ਉਹਨਾਂ ਦੀ ਛਤਰ ਛਾਇਆ ਹੇਠ ਗੈਂਗਸਟਰ ਪੈਦਾ ਹੋਏ, ਕ੍ਰਿਮੀਨਲ ਐਲੀਮੈਂਟਸ ਪੈਦਾ ਹੋਏ। ਇਹਨਾਂ ਕ੍ਰਿਮੀਨਲ ਐਲੀਮੈਂਟਸ ਨੂੰ ਇਹਨਾਂ ਨੇ ਪਾਲਿਆ। ਜਦੋਂ ਇਹਨਾਂ ਦੇ ਫਸਣ ਦੀ ਜਾਂ ਕਿਸੇ ਪੁਲਿਸ ਅਫਸਰ ਨੇ ਇਹਨਾਂ ਤੇ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਹਨਾਂ ਲੀਡਰਾਂ ਨੇ ਇਹਨਾਂ ਨੂੰ ਉਹ ਸਿਆਸੀ ਛਤਰੀ ਦਿੱਤੀ, ਉਹ ਇਹਨਾਂ ਦੀ ਪੈਰਵੀ ਕੀਤੀ, ਜਿਸ ਦੇ ਚੱਲਦੇ ਕੋਈ ਫਿਰ ਰੋਕਣ ਵਾਲਾ ਹੀ ਨਹੀਂ ਰਿਹਾ। ਫਿਰ ਪੁਲਿਸ ਅਫਸਰ ਵੀ ਇਸ ਚੀਜ਼ ਲਈ ਕਾਫੀ ਹੱਦ ਤੱਕ ਮਜਬੂਰ ਰਹੇ ਹੋਣਗੇ ਕਿ ਜੇ ਸਿਆਸਤਦਾਨ ਦਾ ਹੀ ਐਡਾ ਵੱਡਾ ਥਾਪੜਾ ਇਹਨਾਂ ਗੈਂਗਸਟਰਾਂ ਪਿੱਛੇ ਹੈ ਤਾਂ ਫਿਰ ਸਾਨੂੰ ਇਹਨਾਂ ਤੋਂ ਲਾਹਾ ਲੈਣ ਦੇ ਵਿੱਚ ਕੀ ਪਰਹੇਜ਼ ਹੋਣਾ ਚਾਹੀਦਾ ਹੈ। ਉਸ ਤੋਂ ਬਾਅਦ ਜੋ ਕੁਝ ਹੁੰਦਾ ਤੁਹਾਡੇ ਸਾਹਮਣੇ ਹੀ ਹੈ। ਧੜੱਲੇ ਦੇ ਨਾਲ ਮੋਗੇ ਦੇ ਵਿੱਚ ਇਹ ਸਾਰੀ ਗੈਰ ਕਾਨੂੰਨੀ ਗਤੀਵਿਧੀਆਂ ਚੱਲਦੀਆਂ ਰਹੀਆਂ ਤੇ ਕੋਈ ਪੁੱਛਣ ਵਾਲਾ ਨਹੀਂ, ਕੋਈ ਰੋਕਣ ਵਾਲਾ ਨਹੀਂ, ਕੋਈ ਹਾਂ ਦਾ ਨਾਰਾ ਮਾਰਨ ਵਾਲਾ ਨਹੀਂ। ਲੋਕ ਮਰਦੇ ਰਹੇ, ਗੈਂਗਸਟਰਾਂ ਦਾ ਇੱਥੇ ਫੈਲਾਅ ਹੁੰਦਾ ਰਿਹਾ ਤੇ ਕਿਸੇ ਪੋਲੀਟੀਕਲ ਲੀਡਰ ਨੇ ਕਦੇ ਚੂੰ ਤੱਕ ਨਹੀਂ ਕੀਤੀ, ਕਿਉਂਕਿ ਸਾਰੇ ਦੇ ਸਾਰੇ ਪੋਲੀਟੀਕਲ ਲੀਡਰ ਤਾਂ ਇਸੇ ਸਿਸਟਮ ਦੇ ਵਿੱਚ ਖੁਦ ਰਚੇ ਵਸੇ ਹੋਏ ਨੇ, ਬੈਨੀਫੀਸ਼ੀਅਰੀ ਨੇ। ਸੋ 27 ਸਾਲਾਂ ਦੇ ਵਿੱਚ ਨਿਰੰਤਰਤਾ ਦੇ ਵਿੱਚ ਨਿਗਾਰ ਹੁੰਦਾ ਰਿਹਾ ਹੈ। ਮੋਗਾ ਇੱਕ ਸੈਂਟਰਲ ਜ਼ਿਲ੍ਹਾ ਹੈ। ਤੁਸੀਂ ਦੇਖਿਆ ਹੋਗਾ ਮੋਗੇ ਦੇ ਵਿੱਚ ਕੋਈ ਵੀ ਸਿਆਸੀ ਰੈਲੀ ਕਿਸੇ ਪਾਰਟੀ ਨੇ ਵੱਡੀ ਕਰਨੀ ਹੁੰਦੀ ਹੈ, ਮੋਗੇ ਨੂੰ ਚੁਣਿਆ ਜਾਂਦਾ ਹੈ। ਕਿਉਂ? ਕਿਉਂਕਿ ਮੋਗੇ ਦੇ ਵਿੱਚ ਭੀੜ ਜ਼ਿਆਦਾ ਇਕੱਠੀ ਕੀਤੀ ਜਾ ਸਕਦੀ ਹੈ। ਹਰ ਜ਼ਿਲ੍ਹੇ ਦੇ ਵਿੱਚੋਂ, ਆਸ-ਪਾਸ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚੋਂ ਹਜ਼ਾਰਾਂ ਦਾ, ਲੱਖਾਂ ਦਾ ਜਿਹੜਾ ਹਜੂਮ ਇਕੱਠਾ ਕਰ ਕਰਕੇ ਬਹੁਤ ਵੱਡੀ ਸਿਆਸੀ ਰੈਲੀਆਂ, ਬੜੇ ਵੱਡੇ ਸਿਆਸੀ ਸੁਨੇਹੇ ਮੋਗੇ ਦੀ ਧਰਤੀ ਤੋਂ ਦਿੱਤੇ ਗਏ ਨੇ। ਮੋਗੇ ਦੇ ਵਿੱਚ ਬੜੀਆਂ ਇਤਿਹਾਸਿਕ ਕਾਨਫਰੰਸਾਂ ਹੋਈਆਂ ਨੇ। ਲੇਕਿਨ ਅੱਜ ਮੋਗੇ ਦੀ ਹਾਲਤ ਕੀ ਹੈ? ਮੋਗੇ ਦੀ ਤਸਵੀਰ ਕੀ ਹੈ? ਮੋਗੇ ਦੇ ਵਪਾਰੀਆਂ ਦਾ ਮਨੋਬਲ ਕੀ ਹੈ? ਮੋਗੇ ਦੇ ਵਿੱਚ ਜਿਹੜੇ ਲੋਕ ਕੰਮ ਕਰਦੇ ਪਏ ਨੇ, ਜਿਹੜੇ ਲੋਕ ਬਿਜ਼ਨਸਮੈਨ ਨੇ, ਉਹਨਾਂ ਦੇ ਉੱਤੇ ਦਹਿਸ਼ਤ ਦਾ ਕਿਹੜਾ ਸਾਇਆ ਮੰਡਰਾਉਂਦਾ ਪਿਆ ਹੈ। ਅੱਜ ਅਰਸ਼ ਡਾਲੇ ਵਰਗੇ, ਸੁੱਖੇ ਧੁਣੇਕੇ ਵਰਗੇ ਕਿਵੇਂ ਰੰਗਦਾਰੀਆਂ ਵਸੂਲਦੇ ਪਏ ਨੇ। ਅੱਜ ਲੋਕਾਂ ਦੇ ਉੱਤੇ ਜਿਹੜੇ ਗੈਂਗਸਟਰਾਂ ਦਾ ਸਾਇਆ ਕਿੱਡਾ ਹਾਵੀ ਹੈ ਤੇ ਪੁਲਿਸ ਉਹਨਾਂ ਦੀ ਕਿੰਨੀ ਕੁ ਹਿਫਾਜ਼ਤ ਕਰ ਪਾ ਰਹੀ ਹੈ। ਇਹ ਅੱਜ ਤੁਸੀਂ ਗਰਾਊਂਡ ਦੇ ਵਿੱਚ ਜਾ ਕੇ ਪਤਾ ਕਰੋਗੇ, ਤੁਹਾਨੂੰ ਆਪਣੇ ਆਪ ਪਤਾ ਲੱਗ ਜਾਏਗਾ। ਤੇ ਜੇ ਮੋਗੇ ਦੇ ਬਹੁਤ ਸੇ ਲੋਕ ਇਸ ਵੀਡੀਓ ਨੂੰ ਵੇਖ ਰਹੇ ਨੇ, ਮੇਰੇ ਤੋਂ ਜ਼ਿਆਦਾ ਉਹ ਜਾਣਦੇ ਹੈਗੇ ਨੇ। ਉਸ ਤੋਂ ਬਾਅਦ ਜੇ ਨਸ਼ਾ ਅੱਜ ਵੀ ਮੋਗੇ ਦੇ ਵਿੱਚ ਧੜੱਲੇ ਦੇ ਨਾਲ ਵਿਕਦਾ ਪਿਆ ਹੈ, ਜੇ ਗੈਂਗਸਟਰ ਅੱਜ ਵੀ ਸ਼ਰੇਆਮ ਦੰਦਨਾਂ ਦੇ ਉੱਥੇ ਘੁੰਮਦੇ ਪਏ ਨੇ, ਤਾਂ ਫਿਰ ਉਸ ਲਈ ਜ਼ਿੰਮੇਵਾਰ ਕੌਣ ਹੈ? ਕਿਸ ਨੂੰ ਮੰਨੀਏ? ਸਿੱਧੂ ਮੂਸੇਵਾਲਾ ਦਾ ਕਤਲ ਹੁੰਦਾ ਹੈ ਤੇ ਉਸ ਦੇ ਕਤਲ ਤੋਂ ਤਕਰੀਬਨ 2 ਮਹੀਨੇ ਤੱਕ ਜਾਂ 2 ਮਹੀਨੇ ਤੋਂ ਵੀ ਵੱਧ ਸਮੇਂ ਤੱਕ ਮੇਨ ਜਿਹੜਾ ਸ਼ੂਟਰ ਸੀ ਮਨਪ੍ਰੀਤ ਮਾਨੂ, ਜੋ ਖੁਦ ਮੋਗੇ ਜ਼ਿਲ੍ਹੇ ਦਾ ਸੀ, ਕੁੱਸੇ ਪਿੰਡ ਦਾ ਮਨਪ੍ਰੀਤ ਮਾਨੂ ਇਸੇ ਇਲਾਕੇ ਦੇ ਵਿੱਚ ਘੁੰਮਦਾ ਰਿਹਾ। ਇੱਕ ਪਿੰਡ ਪੈਂਦਾ ਸਮਾਲਸਰ, ਉੱਥੇ ਉਹਨੇ ਕਾਫੀ ਸਮਾਂ ਬਤੀਤ ਕੀਤਾ। ਮੋਗੇ ਦੇ 3-4 ਬਹੁਤ ਹੀ ਬਦਨਾਮ ਪਿੰਡ ਹੈਗੇ ਨੇ। ਤੁਸੀਂ ਦੌਲੇ ਵਾਲਾ ਪਿੰਡ ਦਾ ਨਾਂ ਸੁਣਿਆ ਹੈ। ਨਸ਼ੇ ਦੀ ਤਸਕਰੀ ਦੇ ਲਈ ਕਦੇ ਵੀ ਕਿਸੇ ਪੱਤਰਕਾਰ ਨੇ, ਨਵੇਂ ਬਣੇ ਪੱਤਰਕਾਰ ਨੇ ਕੋਈ ਖਬਰ ਕਰਨੀ ਹੁੰਦੀ ਹੈ ਨਾ, ਤਾਂ ਉਹ ਦੌਲੇ ਵਾਲਾ ਚਲਾ ਜਾਂਦਾ ਹੈ। ਉੱਥੇ ਉਸ ਨੂੰ ਹਰ ਵਕਤ ਕਿਸੇ ਵੀ ਸਮੇਂ ਚਿੱਟਾ ਵਿਕਦਾ ਹੋਇਆ ਮਿਲ ਜਾਏਗਾ। ਆਪਣੇ ਕੈਮਰੇ ਕੁਮਰੇ ਚੋਂ ਕੈਪਚਰ ਕਰ ਲਿਆਏਗਾ। ਰਿਪੋਰਟ ਨਸ਼ਰ ਹੋਣ ਤੋਂ ਬਾਅਦ ਉੱਥੇ ਪੂਰੇ ਦੇ ਪੂਰੇ ਜ਼ਿਲ੍ਹੇ ਦੀ ਪੁਲਿਸ ਤੈਨਾਤ ਕਰਤੀ ਜਾਏਗੀ। ਥੋੜੀ ਬਹੁਤ ਛਾਪੇਮਾਰੀ ਹੋਏਗੀ, ਥੋੜੀ ਬਹੁਤ ਰਿਕਵਰੀਆਂ ਹੋਣਗੀਆਂ।
ਉਸ ਤੋਂ ਬਾਅਦ ਕੁਝ ਦਿਨਾਂ ਬਾਅਦ ਬਿਜ਼ਨਸ ਐਜ਼ ਯੂਜੂਅਲ। ਸੋ ਅਜਿਹਾ ਬਦਨਾਮ ਪਿੰਡ ਦੌਲੇਵਾਲਾ ਜਿੱਥੇ ਕਿ ਲਗਾਤਾਰ ਨਸ਼ੇ ਦੀ ਤਸਕਰੀ ਸਾਲਾਂ ਤੋਂ ਨਹੀਂ ਬਲਕਿ ਦਹਾਕਿਆਂ ਤੋਂ ਚੱਲਦੀ ਆ ਰਹੀ ਹੈ ਤੇ ਅੱਜ ਵੀ ਕੋਈ ਰੋਕਣ ਵਾਲਾ ਨਹੀਂ। ਕੌਣ ਜਵਾਬਦੇਹੀ ਹੈ? ਮੈਂ ਪਿੰਡ ਸਮਾਲਸਰ ਦਾ ਜ਼ਿਕਰ ਕੀਤਾ ਜਿੱਥੇ ਕਈ ਹਫ਼ਤੇ ਤੱਕ ਮਨਪ੍ਰੀਤ ਮਾਨੂ ਤੇ ਜਗਰੂਪ ਰੂਪੇ ਦੀ ਠਹਿਰ ਰਹੀ। ਇਹ ਉਹ ਠਹਿਰ ਸੀ ਜਿਸ ਦੌਰਾਨ ਪੂਰੇ ਪੰਜਾਬ ਦੀ ਤੇ ਪੂਰੇ ਦੇਸ਼ ਦੀ ਪੁਲਿਸ ਇਹਨਾਂ ਸ਼ੂਟਰਾਂ ਨੂੰ ਲੱਭਦੀ ਪਈ ਸੀ। ਹਰਿਆਣੇ ਦੀ ਪੁਲਿਸ ਜਾਂ ਦਿੱਲੀ ਦੀ ਪੁਲਿਸ ਨੇ ਤਾਂ ਕੁਝ ਸ਼ੂਟਰ ਗ੍ਰਿਫਤਾਰ ਕੀਤੇ, ਲੇਕਿਨ ਪੰਜਾਬ ਪੁਲਿਸ ਨੂੰ ਤਾਂ ਭਾਲ ਇਹਨਾਂ ਦੋਨਾਂ ਸ਼ੂਟਰਾਂ ਦੀ ਸੀ। ਲੇਕਿਨ ਮੋਗੇ ਦੇ ਇਹਨਾਂ ਪਿੰਡਾਂ ਦੇ ਵਿੱਚ ਖੁੱਲ੍ਹੇਆਮ ਇਹ ਲੋਕ ਘੁੰਮਦੇ ਪਏ ਸੀ। ਇਸ ਤੋਂ ਕੁਝ ਮਹੀਨੇ ਪਹਿਲਾਂ ਮਨਪ੍ਰੀਤ ਮਾਨੂ ਨੇ ਪੈਂਟੇ ਦਾ ਮਰਡਰ ਕੀਤਾ। ਮੜੀ ਮੁਸਤਫਾ ਪਿੰਡ ਦੇ ਵਿੱਚੋਂ ਮਰਡਰ ਕੀਤਾ ਜਾਂਦਾ ਤੇ ਮਰਡਰ ਤੋਂ ਬਾਅਦ ਵੀ ਪਿੰਡ ਦੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਮਨਪ੍ਰੀਤ ਮਾਨੂ ਰਹਿੰਦਾ ਹੈ। ਮੜੀ ਮੁਸਤਫਾ, ਸਮਾਲਸਰ, ਇਸ ਤਰੀਕੇ ਦੇ ਪਿੰਡਾਂ ਦੇ ਵਿੱਚ ਲਗਾਤਾਰ ਇਹਨਾਂ ਗੈਂਗਸਟਰਾਂ ਨੂੰ ਠਹਿਰ ਮਿਲਦੀ ਰਹੀ। ਇਹ ਤਾਂ ਇੱਕ ਛੋਟਾ ਜਿਹਾ ਨਮੂਨਾ ਹੈ। ਇਸ ਤੋਂ ਇਲਾਵਾ ਜਿੰਨੇ ਵੀ ਇਸ ਵਕਤ ਬਹੁਤ ਹੀ ਖਤਰਨਾਕ ਗੈਂਗਸਟਰ ਚਾਹੇ ਵਿਦੇਸ਼ਾਂ ਵਿੱਚ ਬੈਠੇ ਨੇ ਚਾਹੇ ਫਿਰ ਇੱਥੋਂ ਆਪਰੇਟ ਕਰ ਰਹੇ ਹੋਣਗੇ, ਉਹਨਾਂ ਦੇ ਜਿਹੜੇ ਮੇਨ ਗੁਰਗੇ ਤੇ ਮੇਨ ਸ਼ੂਟਰ ਹੈਗੇ ਨੇ ਉਹਨਾਂ ਨੂੰ ਮੋਗੇ ਦੇ ਪਿੰਡਾਂ ਦੇ ਵਿੱਚ ਹਰ ਕਿਸਮ ਦੀ ਠਹਿਰ, ਹਰ ਕਿਸਮ ਦੀ ਸਪੋਰਟ, ਲੌਜਿਸਟਿਕਲ ਸਪੋਰਟ ਹੈ ਆਮ ਮਿਲਦੀ ਆ ਰਹੀ ਹੈ। ਸੋ ਉਹੀ ਮਨਪ੍ਰੀਤ ਮਾਨੂ ਤੇ ਜਗਰੂਪ ਰੂਪਾ ਕਈ ਹਫ਼ਤੇ ਸਮਾਲਸਰ ਪਿੰਡ ਮੋਗੇ ਦੇ ਵਿੱਚ ਰਹਿਣ ਤੋਂ ਬਾਅਦ ਇੱਕ ਵਾਰਦਾਤ ਕਰਨ ਲਈ ਇਹ ਤਰਨਤਾਰਨ ਤੇ ਅੰਮ੍ਰਿਤਸਰ ਦੇ ਇਲਾਕੇ ਵਿੱਚ ਜਾਂਦੇ ਨੇ। ਤੁਸੀਂ ਇਹ ਨਾ ਸੋਚੋ ਕਿ ਪੁਲਿਸ ਤੋਂ ਭੱਜਦੇ ਹੋਏ, ਠਹਿਰਦੇ ਹੋਏ, ਛੁਪਦੇ ਹੋਏ ਉੱਥੇ ਪਹੁੰਚੇ ਸੀ, ਬਲਕਿ ਜੋ ਮੇਰੀ ਜਾਣਕਾਰੀ ਹੈ ਉਸ ਮੁਤਾਬਕ ਇੱਕ ਹੋਰ ਕੰਟਰੈਕਚੁਅਲ ਕਿਲਿੰਗ ਜਿਹੜੀ ਸੀ, ਸੁਪਾਰੀ ਲਈ ਜਿਹੜੀ ਇੱਕ ਕਿਲਿੰਗ, ਕਤਲ ਦੀ ਇੱਕ ਵਾਰਦਾਤ ਨੂੰ ਅੰਜਾਮ ਦੇਣਾ ਸੀ, ਉਸ ਮਕਸਦ ਦੇ ਨਾਲ ਮਨਪ੍ਰੀਤ ਮਾਨੂ ਅੰਮ੍ਰਿਤਸਰ ਤੇ ਤਰਨਤਾਰਨ ਦੇ ਇਲਾਕੇ ਵਿੱਚ ਗਿਆ ਤੇ ਬਾਅਦ ਦੇ ਵਿੱਚ ਉੱਥੇ ਜਿਹੜੀ ਟਿਪ ਆਫ ਸੀ ਪੁਲਿਸ ਕੋਲ, ਜਿਹੜੀ ਜਾਣਕਾਰੀ ਸੀ ਪੁਲਿਸ ਕੋਲ, ਇੰਟੈਲੀਜੈਂਸ ਇਨਫੋਰਮੇਸ਼ਨ ਸੀ, ਉਸ ਬੇਸ ਉੱਤੇ ਉਹ ਉੱਥੇ ਘੇਰੇ ਜਾਂਦੇ ਨੇ ਤੇ ਐਨਕਾਊਂਟਰ ਉਹਨਾਂ ਦਾ ਹੋ ਜਾਂਦਾ ਹੈ। ਸੋ ਮੋਗਾ ਜ਼ਿਲ੍ਹਾ ਜੋ ਕਿ ਗੈਂਗਸਟਰਾਂ ਨੂੰ ਪਨਾਹ ਵੀ ਦਿੰਦਾ ਹੈ, ਇੱਥੇ ਉਹਨਾਂ ਦੀ ਲੋਕਲ ਸਪੋਰਟ, ਲੋਕਲ ਲੌਜਿਸਟਿਕਲ ਠਹਿਰ ਵਗੈਰਾ ਹਰ ਕਿਸਮ ਦੀ ਉਹਨਾਂ ਨੂੰ ਸਹੂਲਤ ਮਿਲਦੀ ਹੈ। ਕੀ ਕਾਰਨ ਹੈ ਕਿ ਇਸ ਜ਼ਿਲ੍ਹੇ ਦੇ ਵਿੱਚ ਐਡੇ ਵੱਡੇ ਪੱਧਰ ਦਾ ਗੁਨਾਹ ਹੋ ਰਿਹਾ ਹੈ ਤੇ ਉਸ ਨੂੰ ਰੋਕਣ ਵਾਲਾ, ਉਸ ਨੂੰ ਨੱਥ ਪਾਉਣ ਵਾਲਾ ਕੋਈ ਨਹੀਂ। ਉਹ ਜੋ ਪੂਰੀ ਦੀ ਪੂਰੀ ਵਿਵਸਥਾ ਹੈ ਇਸ ਜ਼ਿਲ੍ਹੇ ਦੀ, ਇੱਥੋਂ ਦੇ ਅਲੱਗ-ਅਲੱਗ ਹਲਕਿਆਂ ਦੀ, ਇੱਕ ਮਾੜਾ ਸਿਆਸੀ ਕਲਚਰ ਜੋ ਕਿ ਇੱਥੋਂ ਦੇ ਸਥਾਨਕ ਲੀਡਰਾਂ ਨੇ ਇੱਥੋਂ ਦੇ ਵਸਨੀਕਾਂ ਨੂੰ ਦਿੱਤਾ, ਇੱਕ ਕਰਪਟ ਪੁਲਿਸ ਜੋ ਕਿ ਮੋਗੇ ਦੇ ਵਿੱਚ ਕੁਝ ਜ਼ਿਆਦਾ ਨਹੀਂ ਕਰ ਪਾਈ ਹੈ, ਇੱਕ ਤੋਂ ਬਾਅਦ ਇੱਕ ਬਦਲੀ ਹੁੰਦੇ ਹੋਏ ਐਸਐਸਪੀ ਜਿਨ੍ਹਾਂ ਦੇ ਵਿੱਚੋਂ ਕਾਰਗਰ ਐਸਐਸਪੀ ਅੱਜ ਤੱਕ ਕੋਈ ਨਹੀਂ ਸਾਹਮਣੇ ਆ ਪਾਇਆ ਹੈ। ਥੋੜਾ ਬਹੁਤ ਫਰਕ ਪਿਆ ਸੀ 1.5 ਸਾਲ ਦਾ ਜਿਹੜਾ ਸਮਾਂ। ਹਰਮਨਵੀਰ ਸਿੰਘ ਇੱਕ ਐਸਐਸਪੀ ਸੀ ਜਿਨ੍ਹਾਂ ਨੇ ਕਾਫੀ ਸਖਤੀ ਮੋਗੇ ਦੇ ਇਲਾਕੇ ਦੇ ਵਿੱਚ ਕੀਤੀ। ਉਸ ਵਕਤ ਕਾਫੀ ਜ਼ਿਆਦਾ ਜਿਹੜਾ ਐਕਸ਼ਨ ਸੀ ਗੈਂਗਸਟਰਾਂ ਦੇ ਖਿਲਾਫ ਹੋਇਆ। ਈਵਨ ਆਰਸ ਡਾਲੇ ਵਰਗੇ ਗੈਂਗਸਟਰ ਉਸੇ ਦੌਰ ਦੇ ਵਿੱਚ ਐਕਸਪੋਜ਼ ਹੋਏ ਸੀ, ਲੇਕਿਨ ਉਸ ਤੋਂ ਬਾਅਦ ਤੇ ਉਸ ਤੋਂ ਪਹਿਲਾਂ ਕੋਈ ਅਜਿਹੀਆਂ ਮਿਸਾਲਾਂ ਨਹੀਂ ਮਿਲਦੀਆਂ ਜਿੱਥੇ ਕਿ ਆਰਗੇਨਾਈਜ਼ਡ ਕ੍ਰਾਈਮ ਦੇ ਖਿਲਾਫ ਇੱਕ ਆਰਗੇਨਾਈਜ਼ਡ ਮੁਹਿੰਮ ਦੇ ਰੂਪ ਵਿੱਚ ਪੰਜਾਬ ਪੁਲਿਸ ਨੇ ਜਾਂ ਮੋਗਾ ਪੁਲਿਸ ਨੇ ਕੰਮ ਕੀਤਾ ਹੋਵੇ। ਸੋ ਅੱਜ ਵੀ ਸੂਰਤ ਹਾਲ ਤਕਰੀਬਨ ਉਹੀ ਹੈ, ਕੁਝ ਜ਼ਿਆਦਾ ਫਰਕ ਨਹੀਂ ਹੈ, ਬਦਲਾਅ ਨਹੀਂ ਹੈ। ਸੋ ਅਸੀਂ ਨੋਡਲ ਲੈਵਲ ਦੇ ਉੱਤੇ, ਸਟੇਟ ਲੈਵਲ ਦੇ ਉੱਤੇ ਕੋਈ ਵੀ ਸਕੀਮ ਜਾਂ ਕੋਈ ਵੀ ਮੁਹਿੰਮ ਨੂੰ ਪਲਾਨ ਕਰ ਲਈਏ, ਉਲੀਕ ਲਈਏ, ਕੱਢ ਲਈਏ, ਲੇਕਿਨ ਜਦ ਤੱਕ ਲੋਕਲੀ ਐਕਟ ਨਹੀਂ ਕਰਾਂਗੇ, ਸਥਾਨਕ ਪੱਧਰ ਉੱਤੇ ਜਦ ਤੱਕ ਬਦਲਾਅ ਨਹੀਂ ਆਏਗਾ, ਪੁਲਿਸਿੰਗ ਦੇ ਵਿੱਚ ਬਦਲਾਅ, ਕ੍ਰਾਈਮ ਪ੍ਰੀਵੈਂਸ਼ਨ, ਡਿਟੈਕਸ਼ਨ ਤੇ ਐਨਫੋਰਸਮੈਂਟ ਦੇ ਵਿੱਚ ਬਦਲਾਅ, ਤਦ ਤੱਕ ਦੂਰ ਦੇ ਸੁਪਨੇ ਹੈਗੇ ਨੇ ਜਿੰਨੇ ਮਰਜ਼ੀ ਲਈ ਜਾਓ। ਸੋ ਮੋਗੇ ਦੀ ਜੋ ਅੱਜ ਹਾਲਤ ਹੈਗੀ ਆ ਉਸ ਦੇ ਲਈ ਮੋਗੇ ਦਾ ਜਿਹੜਾ ਸਥਾਨਕ ਪੋਲੀਟੀਸ਼ੀਅਨ ਹੈ, ਬੀਤੇ ਤਕਰੀਬਨ 3 ਦਹਾਕਿਆਂ ਦੇ ਵਿੱਚ ਜਿਹੜੇ ਵੀ ਵਿਧਾਇਕ ਇੱਥੋਂ ਆਏ ਨੇ ਉਹਨਾਂ ਦਾ ਪੂਰਾ ਸਮਾਂ, ਕਾਰਜਕਾਲ, ਉਸ ਨੂੰ ਥੋੜੀ ਜਿਹੀ ਨੇੜਤਾ ਦੇ ਨਾਲ ਹੋਰ ਐਗਜ਼ਾਮਿਨ ਕਰਨ ਦੀ ਲੋੜ ਹੈ। ਕਿਹੜੇ ਗੈਂਗਸਟਰ, ਕਿਹੜੇ ਐਂਟੀ ਸੋਸ਼ਲ ਐਲੀਮੈਂਟ ਰਹੇ ਜਿਨ੍ਹਾਂ ਦੀ ਪੁਸ਼ਤ ਪਨਾਹੀ ਸਿਆਸਤਦਾਨ ਕਰਦੇ ਰਹੇ। ਉਹ ਕਿਹੜੇ ਨਾਜ਼ੁਕ ਸਮੇਂ ਸੀ ਜਦੋਂ ਕਿ ਗੈਂਗਸਟਰਾਂ ਦੇ ਕ੍ਰਿਮੀਨਲਸ ਦੀ ਢਾਲ ਸਾਡਾ ਸਿਆਸਤਦਾਨ ਬਣਿਆ। ਕਿਹੜੇ ਬੜੇ ਪੁਲਿਸ ਅਫਸਰਾਂ ਦੇ ਸਮਿਆਂ ਦੇ ਉੱਤੇ ਕ੍ਰਾਈਮ ਦਾ ਜਿਹੜਾ ਗ੍ਰਾਫ ਸੀ ਉਹ ਵਧਿਆ, ਉਸ ਦੇ ਵਿੱਚ ਘਾਟਾ ਨਹੀਂ ਹੋਇਆ, ਤੇ ਕਿਹੜੇ ਜਿਹੇ ਅਫਸਰ ਸੀ ਜੋ ਕਿ ਇਫੈਕਟਿਵ ਸੀ ਇਸ ਕ੍ਰਾਈਮ ਪ੍ਰੀਵੈਂਸ਼ਨ ਦੇ ਖਿਲਾਫ। ਇਹ ਸਾਰੀ ਚੀਜ਼ਾਂ ਦਾ ਜਦ ਤੱਕ ਇੱਕ ਇਮਾਨਦਾਰ ਸਵਾਟ ਐਨਾਲਿਸਿਸ ਸਰਕਾਰਾਂ ਨਹੀਂ ਕਰ ਲੈਂਦੀਆਂ, ਪੁਲਿਸ ਮਹਿਕਮੇ ਦਾ ਵੀ ਕੰਮ ਹੋਣਾ ਚਾਹੀਦਾ ਹੈ। ਰਿਸਰਚ ਐਂਡ ਡਿਵੈਲਪਮੈਂਟ, ਰਿਸਰਚ ਇਤਿਹਾਸ ਤੋਂ ਹੁੰਦੀ ਹੈ ਤੇ ਡਿਵੈਲਪਮੈਂਟ ਭਵਿੱਖ ਲਈ ਹੁੰਦੀ ਹੈ। ਭਵਿੱਖ ਦੇ ਲਈ ਇੱਕ ਚੀਜ਼ ਤੇ ਇੱਕ ਸੁਨੇਹਾ ਬੜਾ ਕਲੀਅਰ ਹੈ। ਮੈਂ ਅੰਕੜਿਆਂ ਦੀ ਖੇਡ ਦੇ ਵਿੱਚ ਨਹੀਂ ਪਿਆ, ਮੈਂ ਤੁਹਾਨੂੰ ਵੱਡੇ ਕੇਸਿਸ ਦੱਸੇ, ਵੱਡੇ ਗੈਂਗਸਟਰ ਦੱਸੇ, ਗਤੀਵਿਧੀਆਂ ਦੱਸੀਆਂ ਜੋ ਕਿ ਮੋਗੇ ਦੇ ਵਿੱਚੋਂ ਸ਼ਰੇਆਮ ਅੱਜ ਵੀ ਹੋ ਰਹੀਆਂ ਨੇ। ਤੇ ਸੁਨੇਹਾ ਸਰਕਾਰ ਨੂੰ ਸਿਰਫ ਇਹੀ ਹੈ ਕਿ ਮੋਗੇ ਉੱਤੇ ਫੋਕਸ ਕਰੋ। ਮੋਗਾ ਤੇ ਇੱਕ ਜਿਹੜਾ ਕੱਲ ਦੀ ਜਾਂ ਪਰਸੋਂ ਦੀ ਮੇਰੀ ਰਿਪੋਰਟ ਦੇ ਵਿੱਚ ਜਿਸ ਜ਼ਿਲ੍ਹੇ ਦਾ ਮੈਂ ਜ਼ਿਕਰ ਕਰਾਂਗਾ, ਇਹ 2 ਜ਼ਿਲ੍ਹਿਆਂ ਉੱਤੇ ਜੇ ਪੰਜਾਬ ਪੁਲਿਸ ਫੋਕਸ ਕਰ ਲੈਂਦੀ ਹੈ ਤੇ ਪੰਜਾਬ ਸਰਕਾਰ ਫੋਕਸ ਕਰ ਲੈਂਦੀ ਹੈ, ਪੰਜਾਬ ਦੇ ਵਿੱਚੋਂ 60 ਤੋਂ 65% ਜਿਹੜਾ ਆਰਗੇਨਾਈਜ਼ਡ ਕ੍ਰਾਈਮ ਹੈ ਉਹ ਖਤਮ ਹੋ ਜਾਏਗਾ। ਤੇ ਆਰਗੇਨਾਈਜ਼ਡ ਕ੍ਰਾਈਮ ਨੂੰ ਖਤਮ ਕਰਨ ਦਾ ਮਤਲਬ ਸਿਰਫ ਇਹ ਨਹੀਂ ਕਿ ਛਾਪੇਮਾਰੀ ਕਰੋ, ਗੈਂਗਸਟਰਾਂ ਨੂੰ ਫੜੋ, ਉਹਨਾਂ ਦੀ ਧਰ ਪਕੜ ਕਰੋ ਜਾਂ ਉਹਨਾਂ ਦੇ ਐਨਕਾਊਂਟਰ ਕਰੋ। ਇਹਦੇ ਲਈ ਇੱਕ ਬਹੁਤ ਹੀ ਵੱਖਰੇ ਪੱਧਰ ਦੀ ਪਲੈਨਿੰਗ ਦੀ ਲੋੜ ਹੈ ਜਿਸ ਵਿੱਚ ਕਮਿਊਨਿਟੀ ਪੁਲਿਸਿੰਗ ਨੂੰ ਵੀ ਆਪਣਾ ਰੋਲ ਅਦਾ ਕਰਨਾ ਪਏਗਾ।
युवावां ਦੀ ਇੱਕ ਪ੍ਰੋਫਾਈਲਿੰਗ ਕਰਨੀ ਪਏਗੀ, ਡੈਮੋਗ੍ਰਾਫਿਕ ਪ੍ਰੋਫਾਈਲਿੰਗ ਕਰਨੀ ਪਏਗੀ, ਜਿਹੜੇ ਕ੍ਰਿਮੀਨਲ ਨੂੰ ਸਪੋਰਟ ਕਰਨ ਵਾਲੇ ਪਿੰਡ ਹੈ ਉਹਨਾਂ ਨੂੰ ਈਅਰਮਾਰਕ ਕਰਨਾ ਪਏਗਾ। ਉਹ ਨੌਜਵਾਨ ਜੋ ਕਿ ਬੇਰੋਜ਼ਗਾਰ ਹੈਗੇ ਨੇ, ਉਹ ਨੌਜਵਾਨ ਜੋ ਕਿ ਸਸੈਪਟੇਬਲ ਹੈਗੇ ਨੇ, ਵਲਨਰੇਬਲ ਹੈਗੇ ਨੇ, ਜੋ ਕਿ ਗੈਂਗਸ ਦਾ ਹਿੱਸਾ ਬਣ ਸਕਦੇ ਨੇ, ਗੈਂਗਸ ਦੇ ਵਿੱਚ ਸ਼ਾਮਲ ਹੋ ਸਕਦੇ ਨੇ, ਨੌਕਰੀਆਂ ਨਹੀਂ, ਪੜ੍ਹਾਈ ਲਿਖਾਈ ਨਹੀਂ, ਕੋਈ ਡਾਇਰੈਕਸ਼ਨ ਨਹੀਂ, ਉਹਨਾਂ ਨੂੰ ਆਇਡੈਂਟੀਫਾਈ ਕਰਕੇ ਕਿਵੇਂ ਉਹਨਾਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣਾ ਹੈ, ਇੱਕ ਪੂਰਾ ਦਾ ਪੂਰਾ ਪਲਾਨ ਚਾਹੀਦਾ ਹੈ, ਪ੍ਰੋਗਰਾਮ ਚਾਹੀਦਾ ਹੈ। ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਾਹਿਬ ਤੇ ਡੀਜੀਪੀ ਸਾਹਿਬ 22 ਜ਼ਿਲ੍ਹੇ ਛੱਡ ਦੇਣ, 21 ਜ਼ਿਲ੍ਹਿਆਂ ਨੂੰ ਤੁਸੀਂ ਪੂਰੇ ਤਰੀਕੇ ਨਾਲ ਛੱਡ ਦਿਓ, ਇੱਕ ਮੋਗਾ ਜ਼ਿਲ੍ਹਾ ਫੜ ਲਓ ਤੇ ਇੱਕ ਦੂਸਰਾ ਜ਼ਿਲ੍ਹਾ ਜਿੱਦਾਂ ਮੈਂ ਜ਼ਿਕਰ ਕੱਲ੍ਹ ਕਰਾਂਗਾ। ਮੈਂ ਚਾਹਾਂਗਾ ਕਿ ਤੁਸੀਂ ਕਮੈਂਟ ਬਾਕਸ ਦੇ ਵਿੱਚ ਜੇ ਤੁਸੀਂ ਸਮਝ ਪਾਏ ਹੋ ਅਜੇ ਤੱਕ ਦੀ ਮੇਰੀ ਰਿਪੋਰਟ ਤੋਂ ਕਿ ਮੈਂ ਕਿਹੜੇ ਜ਼ਿਲ੍ਹੇ ਦੀ ਜ਼ਿਕਰ ਕਰ ਰਿਹਾ, ਨਸ਼ੇ ਦੇ ਪੱਖੋਂ, ਆਰਗੇਨਾਈਜ਼ਡ ਕ੍ਰਾਈਮ, ਗੈਂਗਸਟਰਵਾਦ ਦੇ ਪੱਖੋਂ, ਉਸ ਦਾ ਵੀ ਨਾਂ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਲਿਖੋ। ਲੇਕਿਨ ਮੋਗਾ ਜ਼ਿਲ੍ਹਾ ਇਸ ਵਕਤ ਬਹੁਤ ਜ਼ਿਆਦਾ ਫੋਕਸ, ਤਵੱਜੋ ਮੰਗਦਾ ਹੈ। ਸਿਰਫ ਵੱਡੇ ਵੱਡੇ ਸ਼ਹਿਰਾਂ, ਵੱਡੇ ਵੱਡੇ ਇੰਡਸਟਰੀਅਲ ਟਾਊਨਸ ਨੂੰ ਤੁਸੀਂ ਕਮਿਸ਼ਨਰੇਟ ਬਣਾ ਕੇ, ਉੱਥੇ ਕਮਿਸ਼ਨਰ ਬਿਠਾ ਕੇ, ਉੱਥੇ ਏਸੀਪੀ ਡੀਸੀਪੀ ਬਿਠਾ ਕੇ ਕੋਈ ਵੱਡਾ ਕੁਆਂਟੀਟੇਟਿਵ ਜਾਂ ਕੁਆਲੀਟੇਟਿਵ ਫਰਕ ਨਹੀਂ ਲੈ ਕੇ ਆਉਣਾ ਹੈ। ਜਿਹੜੇ ਇਲਾਕੇ, ਜਿਹੜੇ ਜ਼ਿਲ੍ਹੇ ਕ੍ਰਾਈਮ ਨਾਲ ਜ਼ਿਆਦਾ ਪ੍ਰਭਾਵਿਤ ਨੇ, ਉੱਥੇ ਪੁਲਿਸ ਨੂੰ ਜ਼ਿਆਦਾ ਤਵੱਜੋ ਕਰਨ ਦੀ ਲੋੜ ਹੈ। ਆਪਾਂ ਗਿਣਤੀ ਮਿਣਤੀ ਦੇ ਹਿਸਾਬ ਨਾਲ ਨਾ ਚੱਲੀਏ, ਆਪਾਂ ਇਹ ਨਾ ਸੋਚੀਏ ਵੀ ਕਿਹੜੇ ਇਲਾਕੇ ਦੀ ਕਿਹੜੀ ਆਬਾਦੀ ਹੈ, ਪ੍ਰਪੋਰਸ਼ਨ ਨਾ ਦੇਖੀਏ, ਆਪਾਂ ਕੁਆਲਿਟੀ ਦੇਖੀਏ, ਉੱਥੋਂ ਦੇ ਲੋਕਾਂ ਦਾ ਕੈਲੀਬਰ ਵੇਖੀਏ, ਉੱਥੋਂ ਦੇ ਲੋਕਾਂ ਦੀ ਸਮਰੱਥਾ ਜਾਂ ਉੱਥੋਂ ਦੇ ਯੁਵਾਵਾਂ ਦੀ ਜਿਹੜੀ ਵਲਨਰੇਬਿਲਿਟੀ ਦੇਖੀਏ, ਕਿੰਨੇ ਗੈਂਗਸਟਰ ਪਿਛੋਕੜ ਦੇ ਵਿੱਚ ਪੈਦਾ ਮੋਗੇ ਤੋਂ ਹੋਏ ਨੇ ਤੇ ਭਵਿੱਖ ਦੇ ਵਿੱਚ ਕਿੰਨੇ ਪੈਦਾ ਹੋਰ ਹੋ ਸਕਦੇ ਨੇ ਜਿਨ੍ਹਾਂ ਨੂੰ ਰੋਕਣ ਦੀ ਲੋੜ ਹੈ। ਇਹ ਸਾਰੀ ਦੀ ਸਾਰੀ ਚੀਜ਼ਾਂ ਬਾਰੇ ਪ੍ਰੋਪਰ ਸਟੱਡੀ ਤੇ ਰਿਸਰਚ ਹੋਣੀ ਚਾਹੀਦੀ ਹੈ ਤੇ ਬਹੁਤ सी ਚੀਜ਼ਾਂ ਤਾਂ ਮੈਂ ਇਸ ਰਿਪੋਰਟ ਦੇ ਵਿੱਚ ਜ਼ਿਕਰ ਕਰਤਾ ਹੈ। ਇਸ ਨੂੰ ਬੇਸ ਬਣਾ ਕੇ ਸਰਕਾਰ ਜੇ ਅਗਲੀ ਕਾਰਵਾਈ ਕਰੇਗੀ ਤਾਂ ਮੈਨੂੰ ਲੱਗਦਾ ਨਾ ਸਿਰਫ ਮੋਗੇ ਦੀ ਤਸਵੀਰ ਬਦਲੇਗੀ, ਮੋਗੇ ਜ਼ਿਲ੍ਹੇ ਦਾ ਇੱਕ ਕਲਚਰ ਬਦਲੇਗਾ, ਬਲਕਿ ਪੂਰੇ ਦੇ ਪੂਰੇ ਪੰਜਾਬ ਦੇ ਹਾਲਾਤ ਵੀ ਬਦਲਣਗੇ। ਸੈਂਟਰਲ ਜ਼ਿਲ੍ਹਾ ਹੈ, 7 ਜ਼ਿਲ੍ਹੇ ਤਾਂ ਜੋਗ੍ਰਾਫਿਕਲੀ ਟੱਚਸ ਨੂੰ ਕਰਦੇ ਨੇ। ਸੋ ਅੱਜ ਦੀ ਰਿਪੋਰਟ ਦੇ ਵਿੱਚ ਮੋਗੇ ਬਾਰੇ ਹੀ ਮੇਰੇ ਵਿਊ ਸੀ। ਅਗਲੀ ਰਿਪੋਰਟ ਦੇ ਵਿੱਚ ਦੂਸਰੇ ਉਸ ਜ਼ਿਲ੍ਹੇ ਦੀ ਗੱਲ ਕਰਾਂਗਾ ਤੇ ਜੇ ਤੁਸੀਂ ਉਸ ਨੂੰ ਅਜੇ ਤੱਕ ਗੇਜ ਕਰ ਚੁੱਕੇ ਹੋ ਜਾਂ ਉਸ ਦੇ ਬਾਰੇ ਕੋਈ ਵੀ ਅਨੁਮਾਨ ਲਗਾ ਚੁੱਕੇ ਹੋ ਤਾਂ ਤੁਸੀਂ ਜ਼ਰੂਰ ਕਮੈਂਟ ਸੈਕਸ਼ਨ ਦੇ ਵਿੱਚ ਉਸ ਦਾ ਨਾਂ ਲਿਖੋ। ਆਈਲ ਬੀ ਹੈਪੀ ਤੇ ਮੈਂ ਉਸ ਚੀਜ਼ ਨੂੰ ਸ਼ੇਅਰ ਵੀ ਕਰਾਂਗਾ। ਸੋ ਬਹੁਤ ਬਹੁਤ ਧੰਨਵਾਦ। ਆਪਣੇ ਕਮੈਂਟ, ਆਪਣੀ ਫੀਡਬੈਕ ਇਸ ਰਿਪੋਰਟ ਬਾਰੇ ਜ਼ਰੂਰ ਮੈਨੂੰ ਦਿਓ। ਇਜਾਜ਼ਤ ਲੈਣਾ, ਫਿਰ ਇੱਕ ਹੋਰ ਰਿਪੋਰਟ ਲੈ ਕੇ ਛੇਤੀ ਹਾਜ਼ਰ ਹੋਵਾਂਗਾ।